ਜਾਣੋ ਅਜਿਹਾ ਕੀ ਹੋਇਆ ਜਦੋਂ ਇੱਕ ਪੰਜਾਬ ਦਾ ਉੱਚ ਅਫਸਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੌਲਾ ਪਾਉਣ ਲੱਗ ਪਿਆ ਕਿ ਵਾਹਿਗੁਰੂ ਕੁਝ ਨਹੀਂ ਹੁੰਦਾ। ਅਜਿਹਾ ਕੀ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਕਿਵੇਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਚਮਤਕਾਰ ਵਰਤਿਆ, ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ। ਸੰਤਾਂ ਮਹਾਂਪੁਰਸ਼ਾਂ ਦਾ ਇਸ ਜਗਤ ਦੇ ਵਿੱਚ ਖਾਸ ਮਹੱਤਵ ਮੰਨਿਆ ਗਿਆ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਕਿਉਂ ਨਾ ਹੋਣ। ਸੰਤ ਮਹਾਂਪੁਰਸ਼ ਪਰਮਾਤਮਾ ਦੇ ਹੀ ਰੂਪ ਹੁੰਦੇ ਹਨ, ਪਰਮੇਸ਼ਰ ਵਿੱਚ ਅਜਿਹਾ ਜੁੜਦੇ ਹਨ ਕਿ ਆਪਣੇ ਆਪ ਨੂੰ ਹੀ ਪਰਮੇਸ਼ਰ ਦੇ ਵਿੱਚ ਅਭੇਦ ਕਰ ਲੈਂਦੇ ਨੇ। ਸੰਤਾਂ ਮਹਾਂਪੁਰਸ਼ਾਂ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਪਾ ਸਕਦਾ। ਜਿਵੇਂ ਇੱਕ ਨਦੀ ਵੀ ਇੱਕ ਦਿਨ ਸਮੁੰਦਰ ਦੇ ਵਿੱਚ ਡਿੱਗ ਕੇ ਸਮੁੰਦਰ ਹੀ ਹੋ ਜਾਂਦੀ ਹੈ, ਉਸ ਨਦੀ ਦਾ ਵੀ ਕੋਈ ਭੇਦ ਨਹੀਂ ਪਾ ਸਕਦਾ। ਉਂਝ ਹੀ ਸੰਤ ਮਹਾਂਪੁਰਸ਼ਾਂ ਤੇ ਪਰਮਾਤਮਾ ਦਾ ਸੰਬੰਧ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਸਤਿਕਾਰ ਤੇ ਪਿਆਰ ਦੇ ਨਾਲ ਯਾਦ ਕੀਤੇ ਜਾਂਦੇ ਨੇ। ਇੱਕ ਇਲਾਹੀ ਨੂਰ ਉਹਨਾਂ ਦੇ ਮੁਖ ਤੇ ਬਚਨਾਂ ਤੋਂ ਸਾਫ਼ ਦਿਖਾਈ ਦਿੰਦਾ ਸੀ। ਦੱਸਿਆ ਜਾਂਦਾ ਹੈ ਕਿ ਇੱਕ ਵਾਰ ਸੰਤ ਬਾਬਾ ਈਸ਼ਰ ਸਿੰਘ ਜੀ ਕਿਤੇ ਦੀਵਾਨ ਲਗਾਉਣ ਗਏ ਤਾਂ ਇੱਕ ਪੰਜਾਬ ਦਾ ਕਾਫੀ ਉੱਚ ਅਫਸਰ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਿਹਾ ਸੀ। ਹਰ ਇੱਕ ਬੰਦੇ ਨੂੰ ਇਹ ਹੁੰਦਾ ਹੈ ਕਿ ਮਾਈਕ ਦੇ ਵਿੱਚ ਸੰਗਤਾਂ ਸਾਹਮਣੇ ਉਸ ਦਾ ਨਾਮ ਬੋਲਿਆ ਜਾਵੇ, ਜੋ ਵੀ ਉਸਨੇ ਦਾਨ ਕੀਤਾ ਹੋਵੇ ਉਹ ਸਾਰਿਆਂ ਨੂੰ ਪਤਾ ਚੱਲੇ। ਸੋ ਐਸੀ ਹੀ ਕੁਝ ਭਾਵਨਾ ਉਸ ਅਫਸਰ ਦੇ ਮਨ ਦੇ ਵਿੱਚ ਸੀ ਕਿ ਉਹ ਇੱਕ ਉੱਚ ਅਫਸਰ ਹੈ ਤੇ ਉਸ ਦਾ ਨਾਮ ਵੀ ਮਾਈਕ ਦੇ ਵਿੱਚ ਲਿਆ ਜਾਵੇ। ਪਰ ਸੰਤ ਬਾਬਾ ਈਸ਼ਰ ਸਿੰਘ ਜੀ ਕਿਸੇ ਦਾ ਵੀ ਨਾਮ ਨਹੀਂ ਲੈਂਦੇ ਸੀ, ਸਿਰਫ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਸੀ ਤੇ ਸੰਗਤਾਂ ਦੀ ਹਾਜ਼ਰੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਸੀ, ਪਰ ਕਿਸੇ ਦਾ ਨਾਮ ਨਹੀਂ ਲੈਂਦੇ ਸੀ। ਸੰਤਾਂ ਦੀ ਇਹੀ ਗੱਲ ਉਸ ਅਫਸਰ ਨੂੰ ਪਸੰਦ ਨਹੀਂ ਆਈ ਤੇ ਉਹ ਅਫਸਰ ਅੰਦਰ ਹੀ ਅੰਦਰ ਬਹੁਤ ਔਖਾ ਜਿਹਾ ਹੋ ਗਿਆ। ਸੋ ਸਮਾਗਮ ਦੀ ਸਮਾਪਤੀ ਤੋਂ ਬਾਅਦ ਉਹ ਕੁਝ ਬੰਦਿਆਂ ਨੂੰ ਇਕੱਠਾ ਕਰਕੇ ਖੜਾ ਹੋ ਗਿਆ। ਜਦੋਂ ਬਾਬਾ ਜੀ ਦੀਵਾਨ ਤੋਂ ਬਾਹਰ ਆਏ ਤਾਂ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਘੇਰ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਕਿ ਬਾਬਾ ਜੀ ਤੁਸੀਂ 1.5 ਘੰਟਾ ਇੱਕੋ ਕਥਾ ਕਰੀ ਗਏ ਕਿ ਨਾਮ ਜਪਣ ਦੇ ਨਾਲ ਮੁਕਤੀ ਮਿਲਦੀ ਹੈ, ਨਾਮ ਜਪਣ ਦੇ ਨਾਲ ਰੱਬ ਮਿਲਦਾ ਹੈ, ਵਾਹਿਗੁਰੂ ਕਹਿਣ ਦੇ ਨਾਲ ਜਮਾਂ ਦੀ ਮਾਰ ਤੋਂ ਬਚਿਆ ਜਾਂਦਾ ਹੈ, ਵਾਹਿਗੁਰੂ ਕਹਿਣ ਦੇ ਨਾਲ ਨਰਕ ਤੋਂ ਵੀ ਬਚਿਆ ਜਾਂਦਾ ਹੈ। ਇਹ ਸਭ ਕਹਿਣ ਦੀਆਂ ਗੱਲਾਂ ਨੇ। ਲਓ ਮੈਂ ਕਹਿ ਲੈਂਦਾ ਹਾਂ ਵਾਹਿਗੁਰੂ ਵਾਹਿਗੁਰੂ, ਮੈਂ ਜਮਾਂ ਦੀ ਮਾਰ ਤੋਂ ਬਚ ਗਿਆ। ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਉਸ ਸਮੇਂ ਬਾਬਾ ਜੀ ਨੇ ਆਪਣੇ ਹਜ਼ੂਰੀਏ ਦੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਬਿਨਾਂ ਕੁਝ ਕਹੇ ਉੱਥੋਂ ਚਲੇ ਗਏ। ਇੰਨੀ ਗੱਲ ਨੂੰ ਦੇਖ ਕੇ ਉਹ ਅਫਸਰ ਲੋਕਾਂ ਦੇ ਵਿੱਚ ਕਹਿਣ ਲੱਗਿਆ ਕਿ ਦੇਖਿਆ ਕਿੱਦਾਂ ਸੰਤਾਂ ਨੂੰ ਚੁੱਪ ਕਰਵਾ ਦਿੱਤਾ, ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆਇਆ। ਉਧਰ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਇੱਕ ਸੇਵਕ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਉਸ ਨੂੰ ਜਵਾਬ ਕਿਉਂ ਨਹੀਂ ਦਿੱਤਾ? ਸਟੇਜ ਦੇ ਉੱਪਰ ਤਾਂ ਤੁਸੀਂ ਕਈ ਤਰ੍ਹਾਂ ਦੇ ਤਰਕ ਪੇਸ਼ ਕਰਦੇ ਹੋ, ਇਸ ਨੂੰ ਵੀ ਕੁਝ ਗੱਲਾਂ ਤੇ ਵਿਚਾਰਾਂ ਦੇ ਨਾਲ ਸਮਝਾ ਦੇਣਾ ਸੀ। ਉਸ ਵੇਲੇ ਬਾਬਾ ਜੀ ਨੇ ਕਿਹਾ ਕਿ ਭਗਤਾ ਸਾਨੂੰ ਕਿਸੇ ਇੱਕ ਬੰਦੇ ਨੂੰ ਸਮਝਾਉਣ ਦੀ ਆਗਿਆ ਨਹੀਂ, ਆਪਾਂ ਸਿਰਫ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਹੀ ਸਮਝਾ ਸਕਦੇ ਹਾਂ। ਜਿਹੜਾ ਬੰਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਨਾ ਸਮਝਿਆ ਉਹ ਇਕੱਲੇ ਈਸ਼ਰ ਸਿੰਘ ਤੋਂ ਨਹੀਂ ਸਮਝ ਸਕਦਾ। ਸੋ ਇਸ ਕਰਕੇ ਮੈਂ ਕੁਝ ਨਹੀਂ ਕਿਹਾ। ਸੋ ਸਮਾਂ ਲੰਘਿਆ ਤੇ ਇਸ ਕਹਾਣੀ ਨੇ 11 ਸਾਲਾਂ ਬਾਅਦ ਨਵਾਂ ਮੋੜ ਲਿਆ, ਜਦੋਂ ਉਹ ਅਫਸਰ ਹੋਰ ਵੱਡਾ ਬਣ ਚੁੱਕਿਆ ਸੀ ਤੇ ਉਸ ਦੇ ਰਿਟਾਇਰ ਹੋਣ ਦਾ ਸਮਾਂ ਆ ਚੁੱਕਿਆ ਸੀ। ਰਿਟਾਇਰ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਉਸ ਨੂੰ ਬ੍ਰੇਨ ਹੈਮਰੇਜ ਹੋਇਆ ਤੇ ਦਿਮਾਗ ਦੀ ਨਸ ਫਟ ਗਈ। ਉਸ ਦੀਆਂ ਲੱਤਾਂ ਬਾਹਾਂ ਬੰਦ ਹੋ ਗਈਆਂ ਤੇ ਉਹ ਕੋਮਾ ਦੇ ਵਿੱਚ ਚਲਿਆ ਗਿਆ ਤੇ ਉਹ ਇੱਕ ਜਿੰਦਾ ਲਾਸ਼ ਬਣ ਕੇ ਰਹਿ ਗਿਆ। 15-20 ਦਿਨਾਂ ਤੱਕ ਹਸਪੀਟਲ ਦੇ ਵਿੱਚ ਰਿਹਾ ਤੇ ਫਿਰ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਘਰ ਲੈ ਜਾਓ। ਜੇਕਰ ਹੋਸ਼ ਦੇ ਵਿੱਚ ਆਇਆ, ਕੋਮਾ ਦੇ ਵਿੱਚੋਂ ਬਾਹਰ ਆਉਣਾ ਹੋਇਆ ਤਾਂ 3-4 ਦਿਨਾਂ ਦੇ ਵਿੱਚ ਹੀ ਆ ਸਕਦਾ ਹੈ, ਨਹੀਂ ਤਾਂ 10-20 ਸਾਲਾਂ ਤੱਕ ਵੀ ਬਾਹਰ ਨਾ ਆਵੇ, ਇਹ ਕੁਝ ਕਿਹਾ ਨਹੀਂ ਜਾ ਸਕਦਾ। ਸੋ ਡਾਕਟਰਾਂ ਦੇ ਵੱਲੋਂ ਜਵਾਬ ਮਿਲ ਚੁੱਕਿਆ ਸੀ। ਇੱਕ ਦਿਨ ਉਸ ਦਾ ਦੋਸਤ ਉਸ ਦੀ ਖਬਰ ਲੈਣ ਵਾਸਤੇ ਆਇਆ। ਗੱਲਾਂ ਦੇ ਵਿੱਚ ਉਸ ਦੇ ਦੋਸਤ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਕਿ 10 ਸਾਲ ਪਹਿਲਾਂ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਇਸ ਨੇ ਇਹ ਸ਼ਬਦ ਕਹੇ ਸੀ, ਕਿਉਂਕਿ ਉਸ ਦਿਨ ਉਸ ਦਾ ਉਹ ਦੋਸਤ ਵੀ ਉੱਥੇ ਮੌਜੂਦ ਹੀ ਸੀ ਜਿਸ ਦਿਨ ਉਸ ਅਫਸਰ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਇਹ ਕਿਹਾ ਸੀ ਕਿ ਵਾਹਿਗੁਰੂ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ। ਸੋ ਉਸ ਬੰਦੇ ਨੇ ਕਿਹਾ ਕਿ ਤੁਸੀਂ ਇੱਕ ਵਾਰ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਜਾ ਕੇ ਆਓ। ਜਦੋਂ ਮੁਸੀਬਤ ਬੰਦੇ ਦੇ ਸਿਰ ਦੇ ਉੱਪਰ ਹੁੰਦੀ ਹੈ ਤਾਂ ਉਦੋਂ ਪਰਿਵਾਰ ਹਰ ਜਗ੍ਹਾ ਦੇ ਉੱਤੇ ਭੱਜਦਾ ਹੈ। ਉਸ ਬੰਦੇ ਦੇ ਕਹੇ ਦੇ ਉੱਤੇ ਪਰਿਵਾਰ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਪਹੁੰਚਿਆ ਅਤੇ ਬੇਨਤੀ ਕੀਤੀ ਕਿ ਕੁਝ ਸਾਲ ਪਹਿਲਾਂ ਇਸ ਬੰਦੇ ਨੇ ਸਮਾਗਮ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਸੀ ਅਤੇ ਹੁਣ ਇਹ ਕੋਮਾ ਦੇ ਵਿੱਚ ਜਾ ਚੁੱਕਿਆ ਹੈ। ਬਾਬਾ ਜੀ ਨੇ ਕਿਹਾ ਕਿ ਆਪਾਂ ਕਿਹੜਾ ਲੋਕਾਂ ਨੂੰ ਯਾਦ ਰੱਖਦੇ ਹਾਂ, ਕਿਸੇ ਨੇ ਕੁਝ ਕਿਹਾ ਹੋਵੇਗਾ ਪਰ ਸਾਨੂੰ ਯਾਦ ਨਹੀਂ, ਕਿਉਂਕਿ ਸੰਤਾਂ ਦਾ ਕਿਸੇ ਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਹੁੰਦਾ। ਬਾਬਾ ਜੀ ਨੇ ਕਿਹਾ ਕਿ ਹੁਣ ਤੁਸੀਂ ਗੁਰੂ ਨਾਨਕ ਦੇ ਘਰ ਆਏ ਹੋ, ਹੁਕਮ ਕਰੋ। ਤਾਂ ਪਰਿਵਾਰ ਨੇ ਕਿਹਾ ਕਿ ਬੇਨਤੀ ਹੈ ਕਿ ਇਸ ਦਾ ਭਲਾ ਕਰੋ। ਬਾਬਾ ਜੀ ਨੇ ਕਿਹਾ ਕਿ ਮੈਂ ਕੌਣ ਹੁੰਦਾ ਹਾਂ ਭਲਾ ਕਰਨ ਵਾਲਾ, ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਭਲਾ ਕਰਨਗੇ। ਬਾਬਾ ਜੀ ਨੇ ਆਪਣੇ ਹੱਥ ਦੇ ਵਿੱਚੋਂ ਸਿਮਰਨਾ ਉਤਾਰ ਕੇ ਪਰਿਵਾਰ ਨੂੰ ਦਿੱਤਾ ਤੇ ਕਿਹਾ ਕਿ ਇਸ ਦੇ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੋ। ਪਰਿਵਾਰ ਵਾਪਿਸ ਘਰ ਆ ਗਿਆ। ਉਸ ਦੀ ਪਤਨੀ ਸਿਆਣੀ ਸੀ, ਉਸਨੇ 1 ਘੰਟਾ ਬੈਠ ਕੇ ਸਿਮਰਨ ਕੀਤਾ ਤੇ ਫਿਰ ਉਸ ਦੀ ਜਗ੍ਹਾ ਦੇ ਉੱਤੇ ਉਸ ਦਾ ਪੁੱਤਰ ਬੈਠ ਗਿਆ। ਸੋ ਬਾਰੀ ਉਸ ਤੋਂ ਬਾਅਦ ਉਸ ਦੀ ਲੜਕੀ ਸਿਮਰਨ ਦੇ ਉੱਤੇ ਬੈਠ ਗਈ ਤੇ ਵਾਹਿਗੁਰੂ ਦਾ ਸਿਮਰਨ ਲਗਾਤਾਰ ਚੱਲਦਾ ਰਿਹਾ। ਉਸ ਵੇਲੇ ਬੜੀ ਅਨੋਖੀ ਗੱਲ ਹੋਈ ਜਦੋਂ ਉਹ ਅਫਸਰ ਅੰਮ੍ਰਿਤ ਵੇਲੇ 2 ਵਜੇ ਕੋਮਾ ਦੇ ਵਿੱਚੋਂ ਬਾਹਰ ਆ ਗਿਆ। ਸਾਰਾ ਪਰਿਵਾਰ ਹੈਰਾਨ ਹੋ ਗਿਆ
ਤੇ ਵਾਹਿਗੁਰੂ ਪਰਮਾਤਮਾ ਦੀ ਖੇਡ ਦੇਖੋ। ਜਦੋਂ ਉਹ ਕੋਮਾ ਦੇ ਵਿੱਚੋਂ ਬਾਹਰ ਆਇਆ ਤੇ ਸਭ ਤੋਂ ਪਹਿਲਾਂ ਉਸ ਦੇ ਮੁਖ ਦੇ ਵਿੱਚੋਂ ਵਾਹਿਗੁਰੂ ਹੀ ਨਿਕਲਿਆ। ਪਰਿਵਾਰ ਇੰਨੀ ਖੁਸ਼ੀ ਦੇ ਵਿੱਚ ਆ ਗਿਆ ਕਿ ਉਸੇ ਵੇਲੇ ਮਰੂਤੀ ਕਾਰ ਦੇ ਵਿੱਚ ਉਹ ਪਰਿਵਾਰ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਚਲਿਆ ਗਿਆ ਕਿ ਉਹ ਅਫਸਰ ਕੋਮਾ ਦੇ ਵਿੱਚੋਂ ਬਾਹਰ ਆ ਗਿਆ ਹੈ ਤੇ ਬੋਲਣ ਵੀ ਲੱਗ ਪਿਆ ਹੈ। ਬਾਬਾ ਜੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਅੱਗੇ ਅਰਦਾਸ ਕਰੋ, ਜਲਦੀ ਉਹ ਚੱਲਣ ਫਿਰਨ ਵੀ ਲੱਗ ਪਵੇਗਾ, ਤੁਸੀਂ ਸਿਮਰਨ ਜਾਰੀ ਰੱਖੋ। ਪਰਿਵਾਰ ਨੇ ਇਸੇ ਤਰ੍ਹਾਂ ਹੀ ਕੀਤਾ। ਦਿਨਾਂ ਦੇ ਵਿੱਚ ਹੀ ਉਹ ਅਫਸਰ ਚੱਲਣ ਫਿਰਨ ਲੱਗ ਪਿਆ ਤੇ ਅਗਲੇ 20 ਸਾਲ ਉਸਨੇ ਜੀਵਨ ਵੀ ਬਤੀਤ ਕੀਤਾ। ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਕੇ ਉਸ ਅਫਸਰ ਨੇ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਸਾਰਾ ਜੀਵਨ ਬਤੀਤ ਕੀਤਾ ਤੇ ਇਹ ਉਹੀ ਅਫਸਰ ਸੀ ਜੋ ਇਹ ਮੰਨਦਾ ਸੀ ਕਿ ਵਾਹਿਗੁਰੂ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ। ਨਰਕ ਸਵਰਗ ਇਸੇ ਦੁਨੀਆ ਦੇ ਵਿੱਚ ਹੈ। ਵਾਹਿਗੁਰੂ ਦਾ ਨਾਮ ਅੰਦਰ ਦੀ ਮੈਲ ਨੂੰ ਧੋਂਦਾ ਹੈ, ਆਤਮਿਕ ਜੀਵਨ ਨੂੰ ਸਾਫ਼ ਰੱਖਦਾ ਹੈ ਤੇ ਇਸ ਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਵਾਹਿਗੁਰੂ ਸਿਮਰਨ ਜਮਾਂ ਦੀ ਮਾਰ ਤੋਂ ਬਚਾਉਂਦਾ ਹੈ, ਕਿਉਂਕਿ ਜੇਕਰ ਬੰਦਾ ਵਾਹਿਗੁਰੂ ਸ਼ਬਦ ਦੇ ਨਾਲ ਜੁੜ ਗਿਆ ਤਾਂ ਜਮਾਂ ਦੀ ਮਾਰ ਦਾ ਕੋਈ ਡਰ ਨਹੀਂ ਰਹਿੰਦਾ। ਸੋ ਵਾਹਿਗੁਰੂ ਸਿਮਰਨ ਨੂੰ ਬਿਨਾਂ ਕਿਸੇ ਤਰਕ ਤੋਂ ਜੀਵਨ ਦਾ ਆਧਾਰ ਬਣਾ ਕੇ ਇਸ ਮਨੁੱਖੀ ਜੀਵਨ ਨੂੰ ਸਫਲ ਕਰੋ।